ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 34ਵਾਂ। ਅੱਗੇ ਕਹਾਵਤ ਹੁੰਦੀ ਸੀ, ਜਾਂਦੇ ਚੋਰ ਦੀ ਲੰਗੋਟੀ ਸਹੀ। ਹੁਣ ਟੀਵੀ ਤੇ ਕਹਿੰਦੇ ਹਨ, ਜਾਂਦੇ ਚੋਰ ਦੀ ਪੱਗ ਹੀ ਸਹੀ। ਸ਼ਹੀਦ ਕੌਣ ਹੁੰਦਾ ਹੈ, ਇਹ ਨਿਰਣਾ ਕੌਮਾਂ ਕਰਦੀਆਂ ਹਨ, ਪਰ ਟੀਵੀ ਤੇ ਇੰਦਰਾ ਗਾਂਧੀ ਨੂੰ ਸ਼ਹੀਦ ਤੇ ਬੇਅੰਤ ਸਿੰਘ, ਕੇਰ ਸਿੰਘ ਤੇ ਸਤਵੰਤ ਸਿੰਘ ਨੂੰ ਅੱਤਵਾਦੀ ਤੇ ਕਾਤਲ ਕਿਹਾ ਜਾਂਦਾ ਹੈ। ਮੀਡੀਏ ਨੇ ਹੋਲੀ ਵਰਗੇ ਫਜ਼ੂਲ ਤਿਉਹਾਰ ਦਾ ਇੰਨਾ ਪ੍ਰਚਾਰ ਕਰ ਦਿੱਤਾ ਹੈ ਕਿ ਹੋਲੀ ਖੇਡਣ ਨੂੰ ਧਰਮ ਦਾ ਰੂਪ ਹੀ ਦੇ ਦਿੱਤਾ ਹੈ। ਸਿੱਖ ਵੀ ਹੁਣ ਹਿੰਦੂਆਂ ਦੇ ਬਰਾਬਰ ਹੋਲੀ ਖੇਡਦੇ ਵੇਖੇ ਜਾ ਸਕਦੇ ਹਨ। ਫਿਲਮ 1.25 ਲੱਖ ਸੇ ਏਕ ਲੜਾਊ ਵਿੱਚ ਵਿਖਾਇਆ ਗਿਆ ਹੈ ਕਿ ਸਿੱਖ ਪਹਿਲਾਂ ਵੀ ਹਿੰਦੂ ਹੀ ਹੁੰਦੇ ਸਨ ਤੇ ਹੁਣ ਵੀ ਹਿੰਦੂ ਹੀ ਹਨ। ਸਿੱਖ ਭਾਵੇਂ ਹਿੰਦੂਆਂ ਵਿੱਚੋਂ ਹੀ ਬਣੇ ਸਨ, ਪਰ ਫਿਰ ਵੀ ਮੁਸਲਮਾਨਾਂ ਦੇ ਜ਼ਿਆਦਾ ਨੇੜੇ ਸਨ। ਪਾਕਿਸਤਾਨ ਵਿੱਚ ਸਿੱਖ ਤੇ ਮੁਸਲਮਾਨ ਦਾ ਬੜਾ ਯਾਰਾਨਾ ਹੁੰਦਾ ਸੀ ਤੇ ਦੋਵੇਂ ਇੱਕ ਦੂਜੇ ਤੋਂ ਜਾਨ ਦਿੰਦੇ ਸਨ। ਹੁਣ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਮੁਸਲਮਾਨਾਂ ਦੀ ਸਿੱਖਾਂ ਨਾਲ ਲੜਾਈ ਵਿਖਾਈ ਜਾਂਦੀ ਹੈ, ਪਰ ਭੰਗਾਣੀ ਦਾ ਯੁੱਧ ਕਦੇ ਨਹੀਂ ਵਿਖਾਉਂਦੇ, ਜਿਹਦੇ ਵਿੱਚ ਨਿਰੋਲ ਹਿੰਦੂ ਪਹਾੜੀ ਰਾਜੇ ਗੁਰੂ ਜੀ ਨਾਲ ਲੜੇ ਤੇ ਪੀਰ ਬੁੱਧੂ ਸ਼ਾਹ ਮਦਦ ਤੇ ਆਇਆ। ਰਾਸ਼ਟਰੀ ਸਿੱਖ ਸੰਗਤ ਦੇ ਸੱਜਣ ਸ਼ਹਿਰਾਂ ਵਿੱਚ ਗੁਰਦੁਆਰਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ। ਅਗਲੇ 4-6 ਸਾਲਾਂ ਵਿੱਚ ਇਹ ਪੂਰੇ ਪੰਜਾਬ ਦੇ ਗੁਰਦੁਆਰਿਆਂ ਦੇ ਕੰਟਰੋਲ ਕਰ ਲਵੇਗੀ। ਸਿੱਖਾਂ ਦੀ ਕਮਜ਼ੋਰੀ ਉਹਨਾਂ ਨੇ ਲੱਭ ਲਈ ਹੈ। ਸਿੱਖ ਕਹਿੰਦੇ ਹਨ ਕਿ ਫਲਾਣਾ ਬੰਦਾ ਗੁਰੂ ਘਰ ਦੀ ਬਹੁਤ ਸੇਵਾ ਕਰਦਾ ਹੈ, ਮਾਇਕ ਸਹਾਇਤਾ ਵੀ ਬਹੁਤ ਦਿੰਦਾ ਹੈ, ਤੜਕੇ ਉੱਠ ਕੇ ਬਾਣੀ ਪੜ੍ਹਦਾ ਹੈ, ਠੰਡੇ ਪਾਣੀ ਨਾਲ ਇਸ਼ਨਾਨ ਕਰਦਾ ਹੈ, ਨਸ਼ਿਆਂ ਤੋਂ ਰਹਿਤ ਹੈ, ਮਾਸ ਨੂੰ ਘਰ ਨਹੀਂ ਵੜਨ ਦਿੰਦਾ, ਇਸੇ ਨੂੰ ਹੀ ਪ੍ਰਧਾਨ ਬਣਾਉਣਾ ਚਾਹੀਦਾ ਹੈ। ਇਹ ਸਾਰੀਆਂ ਖੂਬੀਆਂ ਇਹਨਾਂ ਨਵੇਂ ਸਿੱਖ ਬਣੇ ਸਿੱਖਾਂ ਦੇ ਭੇਖ ਵਿੱਚ ਧਾਰਨ ਕਰ ਲਈਆਂ ਹਨ। ਕਈ ਵਿਚਾਰੇ ਭੋਲੂ ਸਿੱਖ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਜੇ ਅੱਗੇ ਪੰਥ ਦੋਖੀ ਸਨ ਤਾਂ ਕੀ ਹੋਇਆ, ਹੁਣ ਤਾਂ ਸਿੱਖੀ ਦੀ ਸ਼ਰਨ ਵਿੱਚ ਆ ਹੀ ਗਏ ਹਨ। ਚੰਗੀ ਸੰਗਤ ਵਿੱਚ ਰਹਿ ਕੇ ਆਪੇ ਵਧੀਆ ਸਿੱਖ ਬਣ ਜਾਣਗੇ। ਇਹਨਾਂ ਚਵਲ ਸਿੱਖਾਂ ਨੂੰ ਕੋਈ ਇਹ ਪੁੱਛਣ ਵਾਲਾ ਨਹੀਂ ਕਿ ਕੀ ਗੰਗੂ ਬ੍ਰਾਹਮਣ ਸਤਿਗੁਰਾਂ ਦੀ ਚੰਗੀ ਸੰਗਤ ਵਿੱਚ ਨਹੀਂ ਸੀ ਰਿਹਾ। ਉਸਨੂੰ ਤਾਂ ਛੋਟੇ ਜਿਹੇ ਨੂੰ ਹੀ ਸਤਿਗੁਰਾਂ ਨੇ ਪਾਲਿਆ ਸੀ। ਉਹਨੇ ਬੇਈਮਾਨੀ ਤੇ ਉਤਰਨ ਲੱਗੇ ਮਿੰਟ ਨਹੀਂ ਲਾਇਆ। ਉਸ ਦੀ ਇਹ ਔਲਾਦ ਕਿਵੇਂ ਭਲੀ ਕਰੇਗੀ? ਨਾਲੇ ਇਹ ਤਾਂ ਆਏ ਵੀ ਕਿਸੇ ਮਕਸਦ ਲਈ ਹਨ। ਜਿਨ੍ਹਾਂ 3 ਮਹਾਨ ਸਿੱਖ ਸ਼ਖਸੀਅਤਾਂ ਨੇ ਇਹ ਬਹਾਨਾ ਲਾ ਕੇ ਇਹਨਾਂ ਨੂੰ ਸਿੱਖਾਂ ਵਿੱਚ ਪ੍ਰਵੇਸ਼ ਕਰਵਾਇਆ ਹੈ ਕਿ ਇਹ ਆਪਣਾ ਅਸਰ ਰਸੂਖ ਵਰਤ ਕੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਛਡਾਉਣਗੇ। ਹੁਣ ਉਹਨਾਂ ਨੂੰ ਕੋਈ ਪੁੱਛੇ ਕਿ ਜੇਲ੍ਹਾਂ ਵਿੱਚੋਂ ਨੌਜਵਾਨ ਰਿਹਾ ਹੋ ਗਏ ਹਨ। ਸਿੱਖੀ ਅੱਗੇ ਨਾਲੋਂ ਵਾਧੇ ਪੈ ਗਈ ਹੈ। ਹਾਂ, ਇੱਕ ਗੱਲ ਜ਼ਰੂਰ ਹੋਈ ਹੈ, ਟਕਸਾਲ ਦੇ ਜਿਨ੍ਹਾਂ ਸਿੱਖਾਂ ਨੂੰ ਪੁਲਿਸ ਅੰਮ੍ਰਿਤਸਰ ਤੱਕ ਨਹੀਂ ਸੀ ਜਾਣ ਦਿੰਦੀ ਤੇ ਥਾਣੇ ਵਿੱਚ ਉਹਨਾਂ ਨੂੰ ਬਦਮਾਸ਼ ਲਿਖਿਆ ਹੋਇਆ ਸੀ, ਉਹਨਾਂ ਨੂੰ ਅਮਰੀਕਾ ਤੇ ਕੈਨੇਡਾ ਦੇ ਵੀਜ਼ੇ ਥੱਬਿਆਂ ਦੇ ਥੱਬੇ ਲਵਾ ਕੇ ਦਿੱਤੇ ਗਏ ਹਨ ਤੇ ਕਿਸੇ ਨੂੰ ਅੰਬੈਸੀ ਵਿੱਚ ਪੇਸ਼ ਹੋਣ ਦੀ ਵੀ ਲੋੜ ਨਹੀਂ ਪਈ। ਮੋਰ ਦੇ ਖੰਭਾਂ ਵਰਗੇ ਲਗਾਏ ਵੀਜ਼ੇ ਡਾਕ ਰਾਹੀਂ ਘਰ ਪਹੁੰਚ ਗਏ ਹਨ। ਲੋਹ ਥੱਲੇ ਅੱਗ ਡਾਉਣ ਵਾਲਿਆਂ ਤੋਂ ਲੈ ਕੇ ਮੱਝਾਂ ਨੂੰ ਪੱਠੇ ਪਾਉਣ ਵਾਲੇ ਸਾਰੇ ਅਮਰੀਕਾ ਹੋ ਆਏ ਹਨ। ਭਾਰਤ ਹੁਣ ਸਿੱਖਾਂ ਲਈ ਛੱਜੂ ਦਾ ਚੁਬਾਰਾ ਨਹੀਂ ਰਿਹਾ। ਜਿਨ੍ਹਾਂ ਨੇ ਪੰਜਾਬ ਨੂੰ ਅੱਗ ਲਾਈ ਉਹਨਾਂ ਦੇ ਠਾਮ ਬਣ ਗਏ ਹਨ ਤੇ ਜਿਹੜੇ ਅਸਲ ਸ਼ਹੀਦ ਹੋਏ ਹਨ ਉਹਨਾਂ ਨੂੰ ਸ਼ਹੀਦ ਆਖਣ ਦੇ ਪਾਬੰਦੀ ਹੈ। 3 ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਕਿ ਧਰਮ ਯੁੱਧ ਬੜਾ ਜ਼ਰੂਰੀ ਹੈ, ਕਿਉਂਕਿ ਰਾਜ ਕੋਲ ਕਿਸੇ ਪਿੰਡ ਦਾ ਨਾਂ ਬਦਲਣ ਦੀ ਵੀ ਸ਼ਕਤੀ ਨਹੀਂ। ਜੇ ਕੇਂਦਰ ਸਰਕਾਰ ਨੂੰ ਲਿਖਦੇ ਹਾਂ ਕਿ ਮਾਲਵੇ ਵਿੱਚ ਇੱਕ ਪਿੰਡ ਕੁੱਤਿਆਂ ਵਾਲੀ ਦਾ ਨਾਂ ਬਦਲ ਕੇ ਸ਼ੇਰਾਂ ਵਾਲੀ ਰੱਖ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ਨਹੀਂ ਮੰਨਦੀ ਤੇ ਕਹਿੰਦੀ ਹੈ ਕਿ ਪਿੰਡ ਦਾ ਸਾਰਾ ਮਾਲ ਦਾ ਰਿਕਾਰਡ ਵੀ ਬਦਲਣਾ ਪਵੇਗਾ। ਉਧਰ ਮਦਰਾਸ ਦਾ ਨਾਂ ਬਦਲ ਕੇ ਚੇਨਈ, ਕਲਕੱਤੇ ਦਾ ਕੋਲਕਾਤਾ,
ਬੰਬਈ ਦਾ ਨਾਂ ਬਦਲ ਕੇ ਮੁੰਬਈ ਤੇ ਰੋਪੜ ਦਾ ਨਾਂ ਬਦਲ ਕੇ ਰੂਪਨਗਰ ਤਾਂ ਰੱਖ ਦਿੱਤਾ ਹੈ, ਪਰ ਪਿੰਡ ਦਾ ਨਾਂ ਨਹੀਂ ਬਦਲਿਆ ਜਾ ਸਕਦਾ। ਲੋਕ ਇਹਨਾਂ ਲੀਡਰਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਜੋਸ਼ ਵਿੱਚ ਆ ਗਏ ਤੇ ਚਿੱਤੜ ਕਟਾ ਕੇ ਆਰਾਮ ਨਾਲ ਬਹਿ ਗਏ। ਸਿੱਖਾਂ ਦੇ ਦੁਆਲੇ ਭਾਰਤ ਸਰਕਾਰ ਨੇ ਇੱਕ ਚੱਕਰਵਿਊਹ ਬਣਾ ਦਿੱਤਾ ਹੈ। ਸਿੱਖ ਉਸ ਚੱਕਰਵਿਊਹ ਨੂੰ ਆਪਣੇ ਢੰਗ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਨਤੀਜਾ ਉਹੀ ਨਿਕਲਿਆ ਜੋ ਅਭਿਮਨਿਊ ਦਾ ਹੋਇਆ ਸੀ। ਚੱਕਰਵਿਊਹ ਨਹੀਂ ਟੁੱਟਦਾ, ਸਗੋਂ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਮਾਰਿਆ ਜਾਂਦਾ ਹੈ। ਇਸੇ ਚੱਕਰਵਿਊਹ ਵਿੱਚੋਂ ਹੀ ਖੁੰਭਾਂ ਵਾਂਗ ਗੁਰਦੁਆਰੇ ਤੇ ਸਾਧ ਉੱਗੇ ਹਨ। ਜਿਵੇਂ ਯੂਰਪੀਨ ਦੇਸ਼ਾਂ ਵਿੱਚ ਸੜਕਾਂ ਕਿਨਾਰੇ ਮੋਟਲ ਬਣਦੇ ਹਨ, ਇੱਥੇ ਗੁਰਦੁਆਰੇ ਬਣਦੇ ਹਨ। ਜਲੰਧਰ ਛਾਉਣੀ ਦੇ ਅਕਾਲੀ ਦਲ ਦੇ ਅਹੁਦੇਦਾਰ, ਗੁਰਦੁਆਰੇ ਦੇ ਪ੍ਰਧਾਨ ਤੇ ਸ਼ਰਾਬ ਦੇ ਠੇਕੇਦਾਰ, ਇੱਕ ਸਿੱਖ ਦੇ ਘਰ ਦੇਵੀ ਮਾਤਾ ਦੀ ਮੂਰਤ ਅੱਗੇ ਹਰ ਵੇਲੇ ਦੇਸੀ ਘਿਓ ਦੀ ਜੋਤ ਜਗਦੀ ਹੈ ਤੇ ਸਾਰਾ ਟੱਬਰ ਮੂਰਤੀ ਪੂਜਦਾ ਹੈ। ਕਿ ਇਹ ਇੱਕ ਚੱਕਰਵਿਊਹ ਨਹੀਂ? ਡੇਰਾ ਹਰਖੋਵਾਲ ਵਾਲਿਆਂ ਨੇ ਜਲੰਧਰ ਕਪੂਰਥਲਾ ਰੋਡ ਤੇ ਅਗਲੇ ਮੁਹੱਲੇ ਨੂੰ ਜਾਂਦਾ ਰਾਹ ਜ਼ਬਰਦਸਤੀ ਬੰਦ ਕਰਕੇ ਡੇਰੇ ਵਿੱਚ ਰਲਾ ਲਿਆ ਹੈ। ਇਸ ਨੂੰ ਸੰਤ ਪੁਣੇ ਦਾ ਨਾਂ ਦਿੱਤਾ ਜਾਵੇ ਕਿ ਬਦਮਾਸ਼ੀ? ਰਾਸ਼ਟਰੀ ਸਿੱਖ ਸੰਗਤ ਨੇ ਜਿਹੜਾ ਸਾਹਿਤ ਛਪਵਾ ਕੇ ਵੰਡਿਆ ਹੈ, ਉਸ ਵਿੱਚ ਇੱਕ ਗਾਂ ਤੇ ਬੱਚੇ ਦੀ ਫੋਟੋ ਹੈ, ਜਿਸ ਤੇ ਲਿਖਿਆ ਹੋਇਆ ਹੈ ਪੂਤਾ ਮਾਤਾ ਕੀ ਅਸੀਸ। ਇਹ ਗੁਰਬਾਣੀ ਦਾ ਗੁਰਵਾਕ ਹੈ। ਇਸ ਤੋਂ ਅੱਗੇ ਸਫਾ ਨੰਬਰ 9 ਤੇ ਲਿਖਿਆ ਹੋਇਆ ਹੈ, ਹਰ ਹਿੰਦੂ ਲਈ ਇਹ ਜ਼ਰੂਰੀ ਹੈ ਕਿ ਉਹ ਪ੍ਰਤੀ ਦਿਨ ਜਾਂ ਕਦੇ-ਕਦੇ ਕਿਸੇ ਨਾ ਕਿਸੇ ਆਚਾਰ ਵਿਹਾਰ ਦਾ ਪਾਲਣ ਕਰੇ। ਗਊ, ਬਲਦ, ਹਾਥੀ, ਘੋੜਾ, ਸੱਪ ਆਦਿ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪੰਛੀ, ਸੋਨ ਚਿੜੀ, ਕੋਇਲ ਤੇ ਰੁੱਖ ਬੂਟੇ, ਕੇਲਾ, ਪਿੱਪਲ, ਤੁਲਸੀ ਆਦਿ ਸਾਡੀ ਪੂਜਾਯੋਗ ਹਨ। ਸਾਡੀ ਇਹ ਸ਼ਰਧਾ ਸਿਰਫ ਜੀਵਾਂ ਤੱਕ ਹੀ ਨਹੀਂ, ਸਗੋਂ ਪਾਣੀ, ਧਰਤੀ, ਪਹਾੜ, ਨਦੀਆਂ, ਸੰਦਾਂ, ਵਾਹਨ, ਹਥਿਆਰ, ਪੁਸਤਕ, ਗ੍ਰੰਥ, ਸਲੇਟ, ਫੱਟੀ, ਚੁੱਲ੍ਹਾ, ਦੀਪਕ ਅਤੇ ਬਰਤਨ ਆਦਿ ਹੋਰ ਅਨੇਕਾਂ ਰੂਪਾਂ ਵਿੱਚ ਵੀ ਅਸੀਂ ਪ੍ਰਕਿਰਤੀ ਦੀ ਪੂਜਾ ਕਰਦੇ ਹਾਂ। ਇੱਕ ਹੋਰ ਥਾਂ ਤੇ ਲਿਖਿਆ ਹੋਇਆ ਹੈ, ਸ਼ਿਵ ਪਰਿਵਾਰ ਆਦਰਸ਼ ਭਾਰਤੀ ਪਰਿਵਾਰ ਦੀ ਸਭ ਤੋਂ ਉੱਤਮ ਉਦਾਹਰਣ ਹੈ। ਨਾਗ ਅਤ ਜ਼ਹਿਰੀਲਾ ਹੁੰਦਾ ਹੋਇਆ ਵੀ ਸ਼ਿਵਾ ਦੇ ਗਲੇ ਦਾ ਗਹਿਣਾ ਹੈ ਅਤੇ ਗਣੇਸ਼ ਜੀ ਦੇ ਵਾਹਨ ਚੂਹੇ ਦਾ ਦੁਸ਼ਮਣ ਹੈ। ਕਾਰਤਿਕੇਯ ਦਾ ਵਾਹਨ ਮੋਰ ਵੀ ਨਾਗ ਦਾ ਦੁਸ਼ਮਣ ਹੈ। ਮਾਂ ਪਾਰਵਤੀ ਦਾ ਵਾਹਨ ਸ਼ੇਰ ਭਗਵਾਨ ਸ਼ਿਵ ਦੇ ਵਾਹਨ ਨੰਦੀ ਦਾ ਦੁਸ਼ਮਣ ਹੈ। ਪਰੰਤੂ ਫਿਰ ਵੀ ਵਿਪਰੀਤ ਸੁਭਾਵਾਂ ਵਾਲੇ ਸਾਰੇ ਜੀਵ ਇੱਕ ਹੀ ਪਰਿਵਾਰ ਸ਼ਿਵ ਪਰਿਵਾਰ ਦੀ ਆਪੋ ਆਪਣੇ ਢੰਗ ਨਾਲ ਸ਼ੋਭਾ ਵਧਾ ਰਹੇ ਹਨ। ਏਕਤਾ ਦੀ ਅਜਿਹੀ ਕਲਪਨਾ ਹੀ ਹਿੰਦੂ ਸਮਾਜ ਦੇ ਪਰਿਵਾਰਕ ਜੀਵਨ ਦਾ ਆਧਾਰ ਹੈ। ਚੂਹਿਆਂ, ਕੁੱਤਿਆਂ ਤੇ ਸੱਪਾਂ, ਡੱਡੂਆਂ ਤੇ ਲਿੰਗ ਤੱਕ ਨੂੰ ਪੂਜਣ ਵਾਲੇ ਲੋਕ ਸਿੱਖਾਂ ਨੂੰ, ਜਿਹੜੇ 500 ਸਾਲ ਤੋਂ ਇਹ ਪਖੰਡ ਛੱਡ ਚੁੱਕੇ ਹਨ, ਨੂੰ ਦੁਬਾਰਾ ਆਪਣੇ ਵਿੱਚ ਮਿਲਾਉਣ ਲਈ ਯਤਨਸ਼ੀਲ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਥੱਲੇ ਲਿਖਿਆ ਹੈ, ਗਊ ਰੱਖਿਅਕ, ਸਰਬੰਸਦਾਨੀ, ਦਸ਼ਮੇਸ਼ ਪਿਤਾ। ਇਹਨਾਂ ਨੂੰ ਪੁੱਛੇ ਕਿ ਗੁਰੂ ਜੀ ਨੇ 14 ਲੜਾਈਆਂ ਵਿੱਚੋਂ ਕੋਈ ਲੜਾਈ ਕਿਸੇ ਜਾਨਵਰ ਦੇ ਹੇਜ ਵਿੱਚ ਲੜੀ ਹੈ? ਗਾਂ ਤਾਂ ਉਸ ਤਰ੍ਹਾਂ ਦਾ ਹੀ ਇੱਕ ਜਾਨਵਰ ਹੈ ਜਿਵੇਂ ਮੱਝ ਤੇ ਬੱਕਰੀ। RSS ਨੇ ਜਿੰਨਾ ਵੀ ਸਾਹਿਤ ਛਪਵਾ ਕੇ ਵੰਡਿਆ ਹੈ, ਉਸ ਵਿੱਚ ਥਾਂ-ਥਾਂ ਤੇ ਲਿਖਿਆ ਹੈ, ਸਭੀ जानते हैं कि सिख पंथ का जन्म ही हिंदू धर्म की रक्षा और देश की आज़ादी के लिए हुआ था। ਸਰਬੱਤ ਦਾ ਭਲਾ ਲਿਖ ਕੇ ਉਹਦੇ ਥੱਲੇ ਹਿੰਦੁਸਤਾਨ ਸਮਾਲਸੀ ਬੋਲਾ ਤੇ ਅੱਗੇ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਵੀ ਜ਼ਰੂਰੀ ਲਿਖਿਆ ਹੁੰਦਾ ਹੈ। ਇੱਕ ਓੰਕਾਰ ਦੇ ਊੜੇ ਵਿੱਚ ਇੱਕ ਹੋਰ ਲੱਤ ਜਈ ਲਾ ਕੇ ਇਸ ਨੂੰ ਓਮ ਬਣਾਇਆ ਗਿਆ ਹੈ। ਕਈ ਥਾਵਾਂ ਦੇ ਭਾਰਤ ਮਾਤਾ ਬਣਾ ਕੇ ਉਸ ਦੇ ਪੈਰਾਂ ਵਿੱਚ ਇੱਕ ਓੰਕਾਰ ਲਿਖਿਆ ਹੋਇਆ ਹੈ। ਇਸ ਤਰ੍ਹਾਂ ਦਾ ਜਿੰਨਾ ਵੀ ਸਾਹਿਤ ਹੈ, ਉਹ ਸਿੱਖਾਂ ਦੇ ਦਿਮਾਗ ਵਿੱਚ ਇਹ ਭਰਨ ਲਈ ਛਪਵਾਇਆ ਗਿਆ ਹੈ ਕਿ ਸਿੱਖ ਹਿੰਦੂਆਂ ਦਾ ਹੀ ਅੰਗ ਹਨ ਤੇ ਵੱਖਰੇ ਨਹੀਂ। ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਆਇਆ ਹੈ, ਉੱਥੇ ਲਿਖਿਆ ਹੈ, ਦੇਸ਼ ਕੀ ਏਕਤਾ ਔਰ ਅਖੰਡਤਾ ਕੇ ਸੱਚੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਤਰ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੱਚੇ ਜਗਤ ਦਾ ਨਾਂ ਹੋ ਕੇ ਸਿਰਫ ਭਾਰਤ ਦੀਆਂ ਹੱਦਾਂ ਵਿੱਚ ਬੰਨ੍ਹ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੁਸਲਮਾਨ ਸੂਫੀ ਸੰਤਾਂ ਦੀ ਬਾਣੀ ਬਾਰੇ ਨੋਟ ਲਿਖਿਆ ਹੈ ਕਿ ਜਿਨ੍ਹਾਂ 5 ਮੁਸਲਿਮ ਸੂਫੀ ਸੰਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾਈ ਗਈ ਹੈ, ਉਹਨਾਂ ਦੀ ਬਾਣੀ ਦਾ ਆਧਾਰ ਅਧਿਆਤਮਕ ਹੈ। ਹੁਣ ਬੰਦਾ ਇਹਨਾਂ ਖਚਰਿਆਂ ਨੂੰ ਪੁੱਛੇ ਕਿ ਜਿਹੜੀ ਬਾਣੀ ਹਿੰਦੂ ਸੰਤਾਂ ਦੀ ਗ੍ਰੰਥ ਵਿੱਚ ਹੈ, ਉਹਦਾ ਆਧਾਰ ਵੀ ਤਾਂ ਅਧਿਆਤਮਕ ਹੀ ਸੀ, ਨਹੀਂ ਤਾਂ ਉਹ ਕਿਹੜੇ ਗੁਰੂ ਜੀ ਦੇ ਮਾਮੇ ਦੇ ਪੁੱਤ ਲੱਗਦੇ ਸਨ। ਇਹਨਾਂ ਹਿੰਦੂਆਂ ਦਾ ਇਹ ਪ੍ਰਚਾਰ ਉਸ ਤਰ੍ਹਾਂ ਦਾ ਹੈ ਜਿਵੇਂ ਚੀਨੀਆਂ ਨੇ ਚੀਨ ਭਾਰਤ ਸਰਹੱਦ ਤੇ ਵੱਡੇ ਵੱਡੇ ਸਪੀਕਰ ਲਾ ਕੇ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਹਿੰਦੀ ਚੀਨੀ ਭਾਈ ਭਾਈ, ਹਿੰਦੀ ਚੀਨੀ ਭਾਈ ਭਾਈ, ਹਿੰਦੀ ਚੀਨੀ ਭਾਈ ਭਾਈ ਦੀ ਹੀ ਰੱਟ ਲਾਈ ਰੱਖਣੀ। ਇਸ ਤਰ੍ਹਾਂ ਇੱਕ ਦਿਨ ਐਸਾ ਆ ਜਾਂਦਾ ਜਦੋਂ ਬੰਦਾ ਸੱਚਮੁੱਚ ਹੀ ਬਾਰ-ਬਾਰ ਦੁਹਰਾਈ ਗਈ ਗੱਲ ਨੂੰ ਸੱਚ ਮੰਨ ਲੈਂਦਾ ਹੈ। ਕਈ ਥਾਵਾਂ ਤੇ ਦੁਹਰਾ ਕੇ ਲਿਖਿਆ ਹੋਇਆ ਹੈ, आज से 300 साल पहले आनंदपुर साहिब पंजाब में सिखों के 10वें गुरु श्री गुरु गोबिंद सिंह जी द्वारा खालसा पंथ की स्थापना की गई थी, जिसका उद्देश्य था एक ऐसे मरजीवड़े संगठन का निर्माण करना जो धर्म, देश, गऊ, ब्राह्मण और कमजोर वर्ग की रक्षा अपने प्राणों का बलिदान करके भी कर सके। सिख इतिहास तो कोरे ये लोग नहीं जानते कि गुरु जी ने सिर्फ एक आखिरी लड़ाई ही मुसलमान राजे औरंगजेब दीयां फौजां नाल लड़ी सी। बाकी दीयां 13 लड़ाइयां हिंदू पहाड़ी राजा नाल लड़ियां सन। उन्हां विचों किहड़ी लड़ाई सी जिहड़ी गाइयां लई लड़ी गई सी। ते रही गल ब्राह्मण दी तां उस दी रखिया तां की गुरु जी ने उन्हां नूं उन्हां दे पलियां विच मां पा के उन्हां दे पल्लियां विच मां पा के घरों कढिया सी। ਉਹ ਤਾਂ ਬਚ ਗਏ। ਕਿਤੇ ਉਹਨਾਂ ਦਾ ਹਾਲ ਵੀ ਉਹਨਾਂ ਮਸੰਦਾਂ ਵਰਗਾ ਨਹੀਂ ਹੋਇਆ ਜਿਨ੍ਹਾਂ ਨੂੰ ਗੁਰੂ ਜੀ ਨੇ ਮਿੱਟੀ ਦਾ ਤੇਲ ਪਾ ਕੇ ਲੂਹਿਆ ਸੀ। ਹੁਣ ਜਰਾ ਇਹਨਾਂ ਜਨਸੰਘੀਆਂ ਦੀਆਂ ਗੱਪਾਂ ਵੱਲ ਵੀ ਵੇਖੋ। ਇਹ ਕਹਿੰਦੇ ਹਨ ਕਿ ਦੇਸ਼ ਦੀ ਵੰਡ ਵੇਲੇ ਅਸਾਂ ਸਿੱਖਾਂ ਦੀ ਰੱਖਿਆ ਕੀਤੀ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵੀ ਕਈ ਦਿਨ ਰਾਖੀ ਕੀਤੀ, ਦਿੱਲੀ ਦੀ ਰੱਖਿਆ ਕੀਤੀ ਤੇ ਇੱਥੋਂ ਤੱਕ ਕਿ ਕਾਂਗਰਸੀਆਂ ਦੀ ਵੀ ਇਹਨਾਂ ਨੇ ਰੱਖਿਆ ਕੀਤੀ। ਲਓ ਹੋਰ ਸੁਣ ਲਓ, ਅਖੇ ਗਾਂਧੀ ਦੀ ਵੀ ਰੱਖਿਆ ਕੀਤੀ। ਹੁਣ ਇਹਨਾਂ ਨੂੰ ਕੋਈ ਪੁੱਛੇ ਜੇ ਗਾਂਧੀ ਦੀ ਰੱਖਿਆ ਤੁਸਾਂ ਕੀਤੀ ਸੀ ਤਾਂ ਫਿਰ ਨੱਥੂ ਰਾਮ ਗੌਂਡਸੇ ਕੌਣ ਸੀ ਜਿਹਨੇ ਗਾਂਧੀ ਨੂੰ ਮਾਰਿਆ ਸੀ? ਨਹਿਰੂ ਦੇ ਜਲਸੇ ਦੀ ਵੀ ਰਾਖੀ ਕੀਤੀ। ਮਹਾਰਾਜਾ ਹਰੀ ਸਿੰਘ ਨੂੰ ਸਮਝਾ ਬੁਝਾ ਕੇ ਉਹਨੂੰ ਭਾਰਤ ਵਿੱਚ ਰਲਣ ਲਈ ਮਨਾਇਆ ਤੇ ਮਨਾਉਣ ਦਾ ਤਰਕ ਇਹ ਸੀ ਤੁਸੀਂ ਹਿੰਦੂ ਰਾਜਾ ਹੋ, ਪਾਕਿਸਤਾਨ ਵਿੱਚ ਸ਼ਮੂਲੀਅਤ ਕਰਨ ਨਾਲ ਤੁਹਾਡੀ ਹਿੰਦੂ ਪ੍ਰਜਾ ਨੂੰ ਭਿਆਨਕ ਸੰਕਟਾਂ ਦਾ ਟਾਕਰਾ ਕਰਨਾ ਪਵੇਗਾ। ਇਹ ਠੀਕ ਹੈ ਕਿ ਅਜੇ ਹਿੰਦੁਸਤਾਨ ਨੂੰ ਸੜਕਾਂ ਅਤੇ ਰੇਲ ਮਾਰਗ ਨਹੀਂ ਹਨ, ਪਰੰਤੂ ਸਭ ਠੀਕ ਹੋ ਜਾਵੇਗਾ। ਤੁਹਾਡੀ ਜੰਮੂ ਕਸ਼ਮੀਰ ਰਿਆਸਤ ਦਾ ਭਲਾ ਇਸੇ ਵਿੱਚ ਹੀ ਹੈ ਕਿ ਆਪ ਭਾਰਤ ਵਿੱਚ ਸ਼ਾਮਲ ਹੋ ਜਾਓ। ਭਾਰਤ ਦੀ ਸੌੜੀ ਸੋਚ ਵਾਲੇ ਹਿੰਦੂਓ, ਤੁਹਾਡੇ ਇਹ ਖਿਲਾਰੇ ਹੋਏ ਕੰਡੇ ਹੀ ਹੁਣ ਤੁਹਾਡੇ ਕੋਲੋਂ ਚੁਗੇ ਨਹੀਂ ਜਾਂਦੇ। ਜੇ ਜੰਮੂ ਵਿੱਚ ਹਿੰਦੂਆਂ ਦੀ ਆਬਾਦੀ ਜ਼ਿਆਦਾ ਸੀ ਤਾਂ ਕਸ਼ਮੀਰ ਵਿੱਚ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ। ਚੰਗਾ ਕਰਦੇ ਜਾਂ ਜੰਮੂ ਨੂੰ ਭਾਰਤ ਵਿੱਚ ਤੇ ਕਸ਼ਮੀਰ ਨੂੰ ਪਾਕਿਸਤਾਨ ਵੱਲ ਜਾਣ ਦਿੰਦੇ। ਹੁਣ ਜਿਹੜਾ ਅਰਬਾਂ ਰੁਪਏ ਤੇ ਜਾਨੀ ਨੁਕਸਾਨ ਹੋ ਰਿਹਾ ਹੈ ਉਹ ਨਾ ਹੁੰਦਾ। ਜਿੰਨਾ ਪੈਸਾ ਪਾਕਿਸਤਾਨ ਨਾਲ ਜੰਗ ਤੇ ਲੱਗ ਰਿਹਾ ਹੈ ਉਹਨੇ ਨਾਲ ਬਾਕੀ ਦਾ ਭਾਰਤ ਖੁਸ਼ਹਾਲ ਹੋ ਜਾਂਦਾ। ਹੁਣ ਕਸ਼ਮੀਰ ਤੁਹਾਡੇ ਸੰਘ ਵਿੱਚ ਫਸਿਆ ਹੋਇਆ ਹੈ ਤੇ ਤੁਸੀਂ ਅਜੇ ਵੀ ਮੰਦਰਾਂ ਵਿੱਚ ਭੁੜਕ ਕੇ ਗਾਉਂਦੇ ਹੋ, ਸਾਨੂੰ ਪਿਆਰਾ ਲੱਗਦਾ ਮਾਂ ਤੇਰਾ ਜੰਮੂ ਕਸ਼ਮੀਰ, ਸਾਨੂੰ ਸੋਹਣਾ ਲੱਗਦਾ, ਸਾਨੂੰ ਪਿਆਰਾ ਲੱਗਦਾ। ਉਸ ਤੋਂ ਬਾਅਦ ਕਹਿੰਦੇ ਹਨ ਹੈਦਰਾਬਾਦ ਨੂੰ ਵੀ ਅਸਾਂ ਆਜ਼ਾਦ ਕਰਵਾ ਕੇ ਭਾਰਤ ਨਾਲ ਰਲਵਾਇਆ ਹੈ, ਗੋਆ ਨੂੰ ਆਜ਼ਾਦ ਕਰਵਾਇਆ, ਦਾਦਰਾ ਨਗਰ ਹਵੇਲੀ ਨੂੰ ਸਵੈਂ ਸੇਵਕਾਂ ਨੇ ਲਾਠੀਆਂ ਦੀ ਤਾਕਤ ਨਾਲ ਆਜ਼ਾਦ ਕਰਵਾਇਆ ਤੇ ਇਸ ਤਰ੍ਹਾਂ ਉਹ ਤਾਂ ਹੋਰ ਵੀ ਬਹੁਤ ਕੁਝ ਕੀਤਾ ਦੱਸਦੇ ਹਨ। ਥੱਲੇ ਲਿਖਦੇ ਹਨ ਤੇਰਾ ਵੈਭਵ ਅਮਰ ਰਹੇ ਮਾਂ, ਹਮ ਦਿਨ ਚਾਰ ਰਹੇ ਨਾ ਰਹੇ। ਇੱਥੇ ਮੈਂ ਇੱਕ ਗੱਲ ਦੱਸਦਾ ਹਾਂ, ਜਦੋਂ ਐਮਰਜੈਂਸੀ ਲੱਗੀ ਤਾਂ ਉਸ ਵਿੱਚ ਜਨਸੰਘ ਨੇ ਵੀ ਭਾਗ ਲੈਣ ਦਾ ਫੈਸਲਾ ਕਰ ਲਿਆ। ਰਾਤੋਂ ਰਾਤ ਪਕੜ ਧਕੜ ਸ਼ੁਰੂ ਹੋ ਗਈ। ਮੈਂ ਆਪਣੀ ਟਰਾਲੀ ਵਿੱਚ ਰੂੜੀ ਲਦਵਾ ਰਿਹਾ ਸਾਂ ਜਦੋਂ ਮੇਰਾ ਇੱਕ ਸ਼ਹਿਰੀ ਮਿੱਤਰ ਆਇਆ ਤੇ ਕਾਰ ਵਿੱਚੋਂ ਕੱਢ ਕੇ ਇੱਕ ਪੰਡ ਨਿੱਕਰਾਂ ਤੇ ਖਾਕੀ ਬਨੈਣਾ ਦੀ ਲਿਆ ਸੁੱਟੀ ਤੇ ਇੱਕ ਗੱਠਰ ਬਾਹ ਦੀਆਂ ਡਾਂਗਾਂ ਤੇ ਤਿੰਨ ਟੋਟੇ ਕਰਕੇ ਬੱਧਾ ਹੋਇਆ ਸੀ, ਉਹ ਵੀ ਕਾਰ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਤੇ ਮੈਨੂੰ ਕਹਿਣ ਲੱਗਾ ਆਹ ਨਿੱਕਰਾਂ ਤੇ ਬਨੈਣਾ ਤਾਂ ਮਜ਼ਦੂਰਾਂ ਵਿੱਚ ਵੰਡ ਦੇ
ਤੇ ਬਾਂਸ ਚੁੱਲ੍ਹੇ ਵਿੱਚ ਡਾਹ ਦਿਓ। ਮੈਨੂੰ ਸਮਝ ਨਾ ਲੱਗੇ ਕਿ ਇਹ ਕੀ ਕਹਿ ਰਿਹਾ ਹੈ। ਉਹ ਮੇਰੇ ਕੋਲ ਬਹੁਤਾ ਚਿਰ ਨਹੀਂ ਰੁਕਿਆ ਤੇ ਕਾਰ ਭਜਾ ਕੇ ਲੈ ਗਿਆ। ਸਾਡੇ ਸਾਰੇ ਮਜ਼ਦੂਰਾਂ ਨੂੰ 2-2 ਬਨੈਣਾ ਤੇ 2-2 ਖਾਕੀ ਨਿੱਕਰਾਂ ਹਿੱਸੇ ਆਈਆਂ। ਸਾਰੇ ਮਜ਼ਦੂਰ ਬੜੇ ਖੁਸ਼। ਕਈਆਂ ਦੇ ਕੱਛੇ ਪਾਟੇ ਹੋਏ ਸਨ ਤੇ ਕਈਆਂ ਦੇ ਝੱਗੇ। ਜਦੋਂ ਸਾਰੇ ਨਿੱਕਰਾਂ ਬਨੈਣਾ ਪਾ ਕੇ ਤੁਰਨ ਫਿਰਨ ਤਾਂ ਜਨਸੰਖਿਆ ਦੀ ਟੋਲੀ ਵਾਂਗ ਲੱਗਣ। ਦੂਜੇ ਦਿਨ ਅਖਬਾਰ ਵਿੱਚ ਆਇਆ ਕਿ ਜਨਸੰਖਿਆ ਨੇ ਮੂੰਹ ਨੇਰੇ ਹੀ ਆਪਣੀਆਂ ਨਿੱਕਰਾਂ ਲਾਹ ਕੇ ਹਿੱਸੇ ਆਈਆਂ। ਸਾਰੇ ਮਜ਼ਦੂਰ ਬੜੇ ਖੁਸ਼। ਕਈਆਂ ਦੇ ਕੱਛੇ ਪਾਟੇ ਹੋਏ ਸਨ ਤੇ ਕਈਆਂ ਦੇ ਝੱਗੇ। ਜਦੋਂ ਉਹ ਸਾਰੇ ਨਿੱਕਰਾਂ ਬਨੈਣਾ ਪਾ ਕੇ ਤੁਰਨ ਫਿਰਨ ਤਾਂ ਜਨਸੰਘੀਆਂ ਦੀ ਟੋਲੀ ਵਾਂਗ ਲੱਗਣ। ਦੂਜੇ ਦਿਨ ਅਖਬਾਰ ਵਿੱਚ ਆਇਆ ਕਿ ਜਨਸੰਘੀਆਂ ਨੇ ਮੂੰਹ ਨੇਰੇ ਹੀ ਆਪਣੀਆਂ ਨਿੱਕਰਾਂ ਲਾ ਕੇ ਕੂੜੇ ਦੇ ਢੋਲਾਂ ਵਿੱਚ ਸੁੱਟ ਦਿੱਤੀਆਂ ਸਨ ਤਾਂ ਕਿ ਪੁਲਿਸ ਵੱਲੋਂ ਫੜੇ ਨਾ ਜਾਣ। ਮੈਂ ਤਾਂ ਬਚਪਨ ਤੋਂ ਹੀ ਇਹਨਾਂ ਨੂੰ ਨਹਿਰ ਤੇ ਸੈਰ ਕਰਦਿਆਂ ਵੇਖਦਾ ਰਿਹਾ ਹਾਂ। ਵਿੰਗੇ ਢਿੱਡ, ਸੁੱਕੀਆਂ ਲੱਤਾਂ ਤੇ ਬੇਢੱਬਾ ਜਿਹਾ ਸਰੀਰ, ਸ਼ੂਗਰ ਦੇ ਮਰੀਜ਼। ਇਹਨਾਂ ਦਾ ਸਰੀਰਕ ਢਾਂਚਾ ਤਾਂ ਇਹਨਾਂ ਦੀਆਂ ਗੱਪਾਂ ਨਾਲ ਮੇਲ ਨਹੀਂ ਖਾਂਦਾ, ਪਰ ਇਹ ਕਿਤਾਬ 'ਚ ਜੇ ਤਾਂ ਇਹਨਾਂ ਦੇ ਇੱਦਾਂ ਵੰਡੇ ਹਨ ਜਿਵੇਂ ਅਸਮਾਨ ਇਹਨਾਂ ਦੀਆਂ ਲੱਤਾਂ ਦੇ ਹੀ ਠੱਲਿਆ ਹੋਇਆ ਹੋਵੇ। ਜੇ ਸਾਰਾ ਕੁਝ ਇਹੀ ਕਰ ਰਹੇ ਸਨ ਤਾਂ ਫਿਰ ਭਾਰਤ ਦੀ ਫੌਜ ਕੀ ਕਰ ਰਹੀ ਸੀ? ਹਾਂ, ਇੱਕ ਕੰਮ ਇਹ ਕਰ ਸਕਦੇ ਸਨ। ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਟੀਵੀ ਤੇ ਰੇਡੀਓ ਬਾਰ-ਬਾਰ ਦੱਸ ਰਹੇ ਸਨ ਕਿ ਹਿੰਦੂ ਵੀਰਾਂ ਨੇ ਫੌਜੀਆਂ ਦੀ ਚਾਹ, ਲੱਸੀ, ਸ਼ਰਬਤ ਤੇ ਠੰਡੇ ਪਾਣੀ ਨਾਲ ਖੂਬ ਸੇਵਾ ਕੀਤੀ। ਸ਼ਰਾਬ ਦਾ ਖਾਸ ਕੋਟਾ ਪੰਜਾਬ ਦੇ ਆਬਾਕਾਰੀ ਵਿਭਾਗ ਵੱਲੋਂ ਦਿੱਤਾ ਗਿਆ ਸੀ। ਆਂਡੇ ਤੇ ਮੀਟ ਹਿੰਦੂਆਂ ਦੇ ਚੁੱਲ੍ਹਿਆਂ ਤੇ ਬਣ ਗਏ ਤੇ ਸਰੋਵਰ ਦੀਆਂ ਮੱਛੀਆਂ ਉਹਨਾਂ ਨੇ ਪ੍ਰਕਰਮਾਂ ਵਿੱਚ ਹੀ ਭੁੰਨ ਲਈਆਂ। ਇਸ ਤਰ੍ਹਾਂ ਦੀ ਸਹਾਇਤਾ ਤਾਂ ਹੋ ਸਕਦਾ ਹੈ ਇਹਨਾਂ ਨੇ ਦਿੱਤੀ ਹੀ ਹੋਵੇ। ਇਹਨਾਂ ਨੇ ਇਤਿਹਾਸ ਨੂੰ ਪੁੱਠਾ ਗੇੜਾ ਕਿਵੇਂ ਦਿੱਤਾ ਹੈ, ਇਸ ਦਾ ਨਮੂਨਾ ਵੇਖੋ। ਕੀ ਤੁਸੀਂ ਜਾਣਦੇ ਹੋ ਦੇ ਸਿਰਲੇਖ ਹੇਠ ਮਹਾਸ਼ਾ ਜੀ ਪੁੱਛਦੇ ਹਨ, ਪਹਿਲਾ ਅੰਕ ਅਮਰੀਕਾ ਦੀ ਖੋਜ ਕਿਸ ਨੇ ਕੀਤੀ? ਕ੍ਰਿਸਟੋਫਰ ਕੋਲੰਬਸ ਨੇ? ਜੀ ਨਹੀਂ, ਅਮਰੀਕਾ ਵਿੱਚ ਹਿੰਦੂ ਪਹਿਲਾਂ ਹੀ ਪਹੁੰਚ ਚੁੱਕੇ ਸਨ। ਅੰਕ ਦੂਜਾ, ਕੀ ਭਾਰਤ ਨੂੰ ਵਾਸਕੋ ਡੀ ਗਾਮਾ ਨੇ ਖੋਜਿਆ? ਬਿਲਕੁਲ ਨਹੀਂ। ਵਾਸਕੋ ਡੀ ਗਾਮਾ ਦੇ ਜਹਾਜ਼ ਦਾ ਅਫਰੀਕਾ ਦੇ ਦੱਖਣੀ ਤੱਟ ਜੰਜੀਬਾਰ ਤੋਂ ਭਾਰਤ ਤੱਕ ਇੱਕ ਭਾਰਤੀ ਜਹਾਜ਼ ਨੇ ਮਾਰਗ ਦਰਸ਼ਨ ਕੀਤਾ। ਭਾਰਤੀ ਜਹਾਜ਼ ਵਾਸਕੋ ਡੀ ਗਾਮਾ ਦੇ ਜਹਾਜ਼ ਤੋਂ ਕਈ ਗੁਣਾ ਵੱਡਾ ਸੀ। ਅੰਕ ਤੀਜਾ, ਅਖੌਤੀ ਫਿਸਾਗੋਰਸ ਦਾ ਸਿਧਾਂਤ ਕਿਸ ਨੇ ਸੂਤਰਬੱਧ ਕੀਤਾ? ਫਿਸਾਗੋਰਸ ਨੇ? ਜੀ ਨਹੀਂ। ਇਸ ਸਿਧਾਂਤ ਦਾ ਜ਼ਿਕਰ ਫਿਸਾਗੋਰਸ ਦੇ ਜੰਮਣ ਤੋਂ ਢੇਰ ਚਿਰ ਪਹਿਲਾਂ ਭਾਰਤ ਦੇ ਸ਼ਿਲਪ ਸੂਤਰ ਨਾਂ ਦੇ ਗ੍ਰੰਥ ਵਿੱਚ ਹੋਇਆ। ਅੰਕ ਚੌਥਾ, ਗੁਰੂਤਾ ਖਿੱਚ ਦੀ ਖੋਜ ਕਿਸ ਨੇ ਕੀਤੀ? ਨਿਊਟਨ ਨੇ? ਨਹੀਂ। ਪ੍ਰਸਿੱਧ ਭਾਰਤੀ ਤਾਰਾ ਵਿਗਿਆਨੀ ਆਰੀਆ ਭੱਟ ਅਤੇ ਭਾਸਕਰਚਾਰੀਆ ਗੁਰਤਾ ਖਿੱਚ ਦੀ ਸ਼ਕਤੀ ਤੋਂ ਜਾਣੂ ਸਨ। ਇਹ ਵਿਗਿਆਨੀ ਨਿਊਟਨ ਤੋਂ ਕਰਮਵਾਰ 1000 ਅਤੇ 1500 ਵਰ੍ਹੇ ਪਹਿਲਾਂ ਹੋਏ ਹਨ। ਅੰਕ ਪੰਜਵਾਂ, ਬਿਜਲਈ ਸ਼ਕਤੀ ਦੀ ਖੋਜ ਕਦੋਂ ਹੋਈ? ਲਗਭਗ 100 ਵਰ੍ਹੇ ਪਹਿਲਾਂ। ਨਹੀਂ। ਵੇਦਾਂ ਵਿੱਚ ਬਿਜਲੀ ਸ਼ਕਤੀ, ਚੁੰਬਕੀ ਸ਼ਕਤੀ, ਗਰਮੀ, ਪ੍ਰਕਾਸ਼, ਆਵਾਜ਼ ਅਤੇ ਈਥਰ ਭਾਵ ਪੁਲਾੜ ਤੱਤ ਦੀਆਂ ਸਪਸ਼ਟ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕਿ ਪਰਮਾਣੂ ਸੰਸਲੇਸ਼ਣ, ਨਿਊਕਲੀਅਰ ਫਿਊਜ਼ਨ ਦੇ ਸਿਧਾਂਤ ਦਾ ਵੀ ਵੈਦਿਕ ਕਾਲ ਵਿੱਚ ਗਿਆਨ ਸੀ। ਅੰਕ ਛੇਵਾਂ, ਸਿਫਰ ਭਾਵ ਸ਼ੂਨਯ ਦਾ ਸੰਕਲਪ ਅਤੇ ਦਸ਼ਮਲਵ ਪ੍ਰਣਾਲੀ ਭਾਰਤ ਦੇ ਹਿੰਦੂ ਰਿਸ਼ੀਆਂ ਮੁਨੀਆਂ ਦੀ ਹੀ ਖੋਜ ਹੈ। ਅੰਕ ਸੱਤਵਾਂ, ਪ੍ਰਾਚੀਨ ਹਿੰਦੂ ਗਣਿਤ, ਜਿਸ ਨੂੰ ਵੈਦਿਕ ਗਣਿਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸਹਾਰੇ ਗੁੰਝਲਦਾਰ ਹਿਸਾਬਾਂ ਕਿਤਾਬਾਂ ਦਾ 1-2 ਪੰਕਤੀਆਂ ਵਿੱਚ ਹੀ ਜ਼ਬਾਨੀ ਉੱਤਰ ਸੰਭਵ ਹੈ। ਵਿਸ਼ਵ ਹਿੰਦੂ ਪਰਿਸ਼ਦ ਆਸਟ੍ਰੇਲੀਆ
ਸਮੇਂ-ਸਮੇਂ ਵੈਦਿਕ ਗਣਿਤ ਸੰਬੰਧੀ ਮੁਫਤ ਕਾਰਜਸ਼ਾਲਾ ਦਾ ਜੁਗਾੜ ਕਰਦੀ ਰਹਿੰਦੀ ਹੈ। ਅੰਕ 8ਵਾਂ, ਕੰਪਿਊਟਰ ਵਿੱਚ ਹਰ ਤਰ੍ਹਾਂ ਦੀ ਗਿਣਤੀ ਲਈ 0 ਅਤੇ 1 ਦੇ ਕੇਵਲ 2 ਹਿੰਦਸਿਆਂ ਉੱਤੇ ਆਧਾਰਿਤ ਬਾਈਨਰੀ ਕੈਲਕੂਲੇਸ਼ਨ ਦੇ ਸੰਕਲਪ ਦੀ ਸਾਡੇ ਪੁਰਾਣਾਂ ਵਿੱਚ ਹਜ਼ਾਰਾਂ ਵਰੇ ਪਹਿਲਾਂ ਹੀ ਹੋਂਦ ਸੀ। ਇਸ 2 ਅੰਕਾਂ ਦੀ ਪ੍ਰਣਾਲੀ ਵਿੱਚ ਸਭ ਸੰਖਿਆਵਾਂ 0 ਅਤੇ 1 ਨੂੰ ਹੀ ਵੱਖ-ਵੱਖ ਢੰਗਾਂ ਨਾਲ ਤਰਤੀਬ ਦੇ ਕੇ ਲਿਖੀਆਂ ਜਾਂਦੀਆਂ ਹਨ। ਸਾਡੇ ਉਪਨਿਸ਼ਦ ਕਹਿੰਦੇ ਹਨ, ਸਮੁੱਚੀ ਸ੍ਰਿਸ਼ਟੀ ਭਵਿਕਾਈ ਅਤੇ 0 ਦਾ ਮਿਸ਼ਰਣ ਹੈ। ਇਹ ਕਥਨ ਤਾਂ ਐਵੇਂ ਝਲਕ ਮਾਤਰ ਹੈ। ਪੂਰੀ ਸੂਚੀ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਮੁੱਕਣ ਵਿੱਚ ਹੀ ਨਹੀਂ ਆਵੇਗੀ। ਪਰੰਤੂ ਅੱਜ ਦੇ ਭਾਰਤ ਵਿੱਚ ਜੇ ਅਸੀਂ ਉਸ ਮਹਾਨ ਸਨਾਤਨੀ ਭਾਰਤ ਦੀ ਝਲਕ ਤੱਕ ਵੀ ਨਹੀਂ ਵੇਖਦੇ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਸਮਰੱਥਾ ਗਿਆਨ ਹੀ ਨਹੀਂ। ਆਓ ਅਸੀਂ ਆਪਣੇ ਆਤਮ ਵਿਸ਼ਵਾਸ ਨੂੰ ਜਗਾਈਏ। ਜਿਹੜਾ ਕੰਮ ਸਾਡੇ ਵੱਡੇ ਵਡੇਰੇ ਕਰ ਚੁੱਕੇ ਹਨ, ਅਸੀਂ ਉਹਨਾਂ ਦੇ ਸਪੂਤ ਕਿਉਂ ਨਹੀਂ ਕਰ ਸਕਦੇ। ਪ੍ਰਾਚੀਨ ਹਿੰਦੂਆਂ ਬਾਰੇ ਹੋਰ ਗੱਪਾਂ ਵੀ ਵੇਖੋ। ਅੰਕ 1, ਹਿੰਦੂਆਂ ਨੇ ਗਿਣਤੀ ਅਤੇ ਹਿੰਸਿਆਂ ਦੀ ਖੋਜ ਕੀਤੀ। ਦਸ਼ਮਲਵ ਪ੍ਰਣਾਲੀ ਵੀ ਦੁਨੀਆ ਨੂੰ ਭਾਰਤ ਦੀ ਹੀ ਦੇਣ ਹੈ। ਅੰਕ 2, ਸਾਰੀਆਂ ਯੂਰਪੀ ਭਾਸ਼ਾਵਾਂ ਦੀ ਮਾਂ ਸੰਸਕ੍ਰਿਤ ਭਾਸ਼ਾ ਹੈ। ਕੰਪਿਊਟਰ ਪ੍ਰੋਗਰਾਮਿੰਗ ਵਾਸਤੇ ਸੰਸਕ੍ਰਿਤ ਸਭ ਤੋਂ ਢੁਕਵੀਂ ਭਾਸ਼ਾ ਹੈ। ਅੰਕ 3, ਆਯੁਰਵੇਦ ਹੀ ਇਲਾਜ ਦਾ ਸਭ ਤੋਂ ਪ੍ਰਾਚੀਨ ਤਰੀਕਾ ਹੈ। ਅੰਕ 4, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 17ਵੀਂ ਸਦੀ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ। ਅੰਕ 5, ਜਹਾਜ਼ ਰਾਨੀ ਤਕਰੀਬਨ 6000 ਸਾਲ ਪਹਿਲਾਂ ਸਿੰਧੂ ਨਦੀ ਤੋਂ ਸ਼ੁਰੂ ਹੋਈ। ਅਸਲ ਵਿੱਚ ਅੰਗਰੇਜ਼ੀ ਸ਼ਬਦ ਨੈਵੀਗੇਸ਼ਨ ਸੰਸਕ੍ਰਿਤ ਸ਼ਬਦ ਨਵਗਤੀ ਤੋਂ ਬਣਿਆ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸ਼ਬਦ ਨੈਵੀ ਸਮੁੰਦਰੀ ਫੌਜ ਦੀ ਸੰਸਕ੍ਰਿਤ ਦੇ 9 ਧਾਤੂ ਤੋਂ ਹੀ ਵਿਕਸਿਤ ਹੋਇਆ ਹੈ। ਅੰਕ 6, ਭਾਸਕਰਚਾਰੀਆ ਨੇ ਖਗੋਲ ਸ਼ਾਸਤਰੀ ਸਮਾਰਟ ਤੋਂ ਸੈਂਕੜੇ ਸਾਲ ਪਹਿਲਾਂ ਪ੍ਰਿਥਵੀ ਦੀ ਸੂਰਜ ਦੁਆਲੇ ਪ੍ਰਦਖਣਾ ਦਾ ਸਮਾਂ ਮਿਣਿਆ ਸੀ। 5ਵੀਂ ਸਦੀ ਵਿੱਚ ਇਹ ਸਮਾਂ 365.25875654 ਦਿਨ ਮਿਥਿਆ ਗਿਆ ਸੀ। ਅੰਕ 7, ਪਾਈ ਦਾ ਮੁੱਲ ਸਭ ਤੋਂ ਪਹਿਲਾਂ ਬੋਧਾਇਨ ਨੇ ਲੱਭਿਆ, ਜਿਸ ਨੂੰ ਅਸੀਂ ਰੇਖਾ ਗਣਿਤ ਵਿੱਚ ਪਾਇਥਾਗੋਰਸ ਦਾ ਸਿਧਾਂਤ ਕਰਕੇ ਜਾਣਦੇ ਹਾਂ। ਅੰਕ 8, ਬੀਜ ਗਣਿਤ ਤਿਕੋਣਮਿਤੀ ਕੈਲਕੂਲਸ ਵੀ ਭਾਰਤ ਦੀ ਹੀ ਦੇਣ ਹੈ। ਅੰਕ 9, 1896 ਤੱਕ ਭਾਰਤ ਹੀ ਹੀਰਿਆਂ ਦਾ ਇੱਕੋ ਇੱਕ ਸਰੋਤ ਸੀ। ਅੰਕ 10, ਬੇਤਾਰ ਸੰਚਾਰ ਪ੍ਰਣਾਲੀ ਵਾਇਰਲੈਸ ਦੀ ਖੋਜ ਮਾਰਕੋਨੀ ਨੇ ਨਹੀਂ ਸਗੋਂ ਜਗਦੀਸ਼ ਚੰਦਰ ਬਸੂ ਨੇ ਕੀਤੀ। 11, ਸਿੰਚਾਈ ਵਾਸਤੇ ਪਾਣੀ ਇਕੱਠਾ ਕਰਨਾ ਅਤੇ ਬੰਨ ਡੈਮ ਨਿਰਮਾਣ ਦਾ ਆਰੰਭ ਵੀ ਦੁਨੀਆ ਵਿੱਚ ਭਾਰਤ ਦੇ ਪ੍ਰਾਂਤ ਸੌਰਾਸ਼ਟਰ ਗੁਜਰਾਤ ਵਿੱਚ ਹੋਇਆ। ਅੰਕ 12, ਸ਼ਤਰੰਜ ਚੈਸ ਦੀ ਕਾਢ ਵੀ ਭਾਰਤੀਆਂ ਦੁਆਰਾ ਹੀ ਹੋਈ ਹੈ। ਅੰਕ 13, ਚੀਰਫਾੜ ਰਾਹੀਂ ਇਲਾਜ ਸਰਜਰੀ ਦੇ ਮੋਢੀ ਵੀ ਭਾਰਤੀ ਮਹਾਰਿਸ਼ੀ ਸੁਸ਼ਰਤ ਸਨ। ਇਤਿਹਾਸ ਵਿਗਾੜਨ ਦੀ ਇੱਕ ਹੋਰ ਘਟਨਾ ਵੇਖੋ। ਮਕਾਲਫ ਇੱਕ ਅੰਗਰੇਜ਼ ਅਫਸਰ ਤੇ ਇਤਿਹਾਸਕਾਰ ਸੀ। ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਅੰਮ੍ਰਿਤ ਛਕ ਲਿਆ। ਲੰਡਨ ਵਾਪਸ ਜਾ ਕੇ ਉਸ ਦੀ ਮੌਤ ਹੋ ਗਈ। ਅਮਰੀਕਾ ਵਿੱਚ ਮੈਨੂੰ ਇੱਕ ਇੰਗਲੈਂਡ ਵਿੱਚ ਰਹਿਣ ਵਾਲਾ ਸਿੱਖ ਮਿਲਿਆ, ਜਿਸ ਨੇ ਦੱਸਿਆ ਕਿ ਮਕਾਲਫ ਦੀ ਕਬਰ ਉਸਨੇ ਆਪ ਵੇਖੀ ਹੈ, ਜਿਸ ਤੇ ਉਕਰਿਆ ਹੋਇਆ ਹੈ ਮਕਾਲਫ ਸਿੰਘ। ਮੈਂ ਉਸ ਨੂੰ ਪੁੱਛਿਆ ਕਿ ਉਸ ਦੀ ਕਬਰ ਕਿਉਂ ਬਣਾਈ ਗਈ, ਸੰਸਕਾਰ ਕਿਉਂ ਨਾ ਕੀਤਾ ਗਿਆ, ਤਾਂ ਉਸ ਸਿੰਘ ਨੇ ਕਿਹਾ, ਆਪਣੇ ਪਰਿਵਾਰ ਵਿੱਚੋਂ ਸਿਰਫ ਇਕੱਲਾ ਮਕਾਲਫ ਹੀ ਸਿੰਘ ਸੱਜਿਆ ਸੀ। ਉਸ ਦੇ ਪਰਿਵਾਰ ਦੇ ਹੋਰ ਕਿਸੇ ਵੀ ਅੰਗਰੇਜ਼ ਨੂੰ ਸਿੱਖ ਸੰਸਕਾਰਾਂ ਦਾ ਕੋਈ ਪਤਾ ਨਹੀਂ ਸੀ। ਵੈਸੇ ਵੀ ਇੰਗਲੈਂਡ ਤੇ ਹੋਰ ਯੂਰਪੀਅਨ ਦੇਸ਼ਾਂ ਦੇ ਲੋਕ ਭਾਰਤ ਵਾਂਗ ਖੁੱਲੇ ਆਮ ਮੁਰਦਾ ਨਹੀਂ ਸਾੜ ਸਕਦੇ, ਕਿਉਂਕਿ ਉਹ ਸਮਝਦੇ ਹਨ ਕਿ ਇਸ ਤਰ੍ਹਾਂ ਹਵਾ ਵਿੱਚ ਮਲੀਨਤਾ ਫੈਲਦੀ ਹੈ ਤੇ ਮੁਰਦੇ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਜਿਉਂਦੇ ਮਨੁੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਹੁਣ ਬਿਜਲੀ ਨਾਲ ਸੰਸਕਾਰ ਹੋਣ ਲੱਗ ਪਏ ਹਨ।
ਉਦੋਂ ਇੰਗਲੈਂਡ ਵਿੱਚ ਬਹੁਤੇ ਸਿੱਖ ਨਹੀਂ ਸਨ ਰਹਿੰਦੇ ਜਿਹੜੇ ਉਸ ਦੇ ਪਰਿਵਾਰ ਨੂੰ ਅੰਤਮ ਸੰਸਕਾਰਾਂ ਬਾਰੇ ਜਾਣਕਾਰੀ ਦਿੰਦੇ। ਨਾਲੇ ਮਕਾਲਫ ਦਾ ਪਰਿਵਾਰ ਲੰਡਨ ਸ਼ਹਿਰ ਦੇ ਬਾਹਰ-ਬਾਹਰ ਰਹਿੰਦਾ ਸੀ ਤੇ ਉਹਨਾਂ ਦੀ ਕਬਰ ਉਹਨਾਂ ਦੇ ਖਾਨਦਾਨੀ ਸ਼ਮਸ਼ਾਨ ਭੂਮੀ ਵਿੱਚ ਹੈ, ਜਿੱਥੇ ਹੋਰ ਕੋਈ ਨਹੀਂ ਜਾ ਸਕਦਾ। ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਵਾਪਸ ਇੰਗਲੈਂਡ ਜਾਣ ਤੇ ਮਕਾਲਫ ਸਾਹਿਬ ਦੀ ਕਬਰ ਦੀ ਫੋਟੋ ਮੈਨੂੰ ਭੇਜਣਗੇ। ਪਰ ਹਿੰਦੂ ਉਸ ਬਾਰੇ ਕੀ ਲਿਖਦੇ ਹਨ ਜਰਾ ਵੇਖੋ। ਪਰੰਤੂ ਹੈਰਾਨੀ ਉਸ ਸਮੇਂ ਹੋਈ ਜਦੋਂ ਮਕਾਲਫ ਭਾਰਤ ਤੋਂ ਲੰਦਨ ਪਰਤਦੇ ਸਮੇਂ ਦੁਬਾਰਾ ਈਸਾਈ ਬਣ ਗਿਆ। ਉਸਨੇ ਜਹਾਜ਼ ਵਿੱਚ ਹੀ ਨਾਈ ਮੰਗਵਾ ਕੇ ਆਪਣੇ ਵਾਲ ਕਟਵਾ ਦਿੱਤੇ। ਉਹ ਲੰਦਨ ਦੇ ਰਸਤੇ ਵਿੱਚ ਦੁਬਾਰਾ ਈਸਾਈ ਬਣ ਗਿਆ। ਅੱਜ ਵੀ ਈਸਾਈ ਦੇ ਨਾਤੇ ਉਸ ਦੀ ਕਮਰ ਬਣੀ ਹੋਈ ਹੈ ਕਿ ਨਹੀਂ ਇਤਿਹਾਸ ਨੂੰ ਪੁੱਠਾ ਗੇੜਾ। ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਦਾ ਅਰਥ ਹਿੰਦੂ ਇਹ ਕੱਢ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਬਾਣੀ ਦੇ ਅਰਥਾਂ ਨੂੰ ਵੀ ਤੋੜ ਮਰੋੜ ਰਹੇ ਹਨ ਕਿ ਹਿੰਦੁਸਤਾਨ ਸੰਭਾਲੇਗਾ ਤੇ ਉਸ ਦਾ ਬੋਲਬਾਲਾ ਹੋਵੇਗਾ। ਅਸਲ ਸ਼ਬਦ ਇਸ ਤਰ੍ਹਾਂ ਹੈ, ਸੱਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇਗਾ ਮਸੂਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ। ਇਸ ਦੇ ਸਹੀ ਅਰਥ ਇਸ ਤਰ੍ਹਾਂ ਹਨ, ਪ੍ਰਭੂ ਦੇ ਅਟਲ ਨਿਯਮਾਂ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖ ਸਰੀਰ ਰੂਪੀ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਸ ਘਟਨਾ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ। ਹਿੰਦੁਸਤਾਨ ਸੰਭਾਲਸੀ ਬੋਲਾ ਦੇ ਅਰਥ ਹਿੰਦੁਸਤਾਨ ਬਾਬਰ ਦੇ ਜ਼ੁਲਮ ਨੂੰ ਯਾਦ ਰੱਖੇਗਾ, ਨਾ ਕਿ ਹਿੰਦੁਸਤਾਨ ਸੰਭਾਲੇਗਾ ਤੇ ਇਸ ਦਾ ਬੋਲਬਾਲਾ ਹੋਵੇਗਾ। ਬਾਣੀ ਦੇ ਅਰਥਾਂ ਨੂੰ ਤੋੜਨ ਮਰੋੜਨ ਤੋਂ ਇਲਾਵਾ ਇਹਨਾਂ ਨੇ ਐਸੇ ਕੈਲੰਡਰ ਛਾਪੇ ਹਨ ਜਿਨ੍ਹਾਂ ਨੂੰ ਵੇਖ ਕੇ ਸਿੱਖਾਂ ਨੂੰ ਸੱਤੀ ਕੱਪਣੀ ਅੱਗ ਲੱਗਣੀ ਸੁਭਾਵਕ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਛਾਪ ਕੇ ਉਸ ਉੱਤੇ ਕ੍ਰਿਸ਼ਨ ਦੀਆਂ ਹਥੇਲੀਆਂ ਵਿੱਚੋਂ ਨਿਕਲਦਾ ਚਾਨਣ ਪਾਇਆ ਗਿਆ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਹੋਂਦ ਕ੍ਰਿਸ਼ਨ ਦੀ ਕਿਰਪਾ ਕਰਕੇ ਹੈ, ਨਹੀਂ ਤਾਂ ਉਹ ਕੋਈ ਚੀਜ਼ ਨਹੀਂ ਸਨ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਲਵ ਅਤੇ ਕੁਸ਼ ਵੱਲੋਂ ਆਸ਼ੀਰਵਾਦ ਦੇ ਤੌਰ ਤੇ ਅਧਿਆਤਮਿਕ ਚਾਨਣਾ ਹਥੇਲੀਆਂ ਵਿੱਚੋਂ ਨਿਕਲਦਾ ਪਾਇਆ ਗਿਆ ਹੈ। ਇਹ ਸਾਰਾ ਦਸਮ ਗ੍ਰੰਥ ਦੀਆਂ ਊਟ ਪਟਾਂਗ ਕਹਾਣੀਆਂ ਤੇ ਆਧਾਰਿਤ ਹੈ। ਸਿੱਖਾਂ ਨੂੰ ਚਾਹੀਦਾ ਹੈ ਸੀ ਕਿ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਫੌਰਨ ਇਸ ਤਰ੍ਹਾਂ ਦੇ ਮਿਲਾਵਟੀ ਸਾਹਿਤ ਨੂੰ ਗੁਰੂ ਜੀ ਦੀ ਅਸਲ ਬਾਣੀ ਤੋਂ ਅੱਡ ਕਰ ਦਿੰਦੇ, ਤਾਂ ਕਿ ਇਸ ਦਾ ਲਾਭ ਲੈਣ ਦੀ ਕੋਈ ਜੁਰਤ ਨਾ ਕਰਦਾ। ਪਰ ਹੁਣ ਵੇਲਾ ਲੰਘ ਚੁੱਕਾ ਹੈ। ਹੋਰ ਤਾਂ ਹੋਰ ਬਾਣੀ ਦੇ ਆਧਾਰ ਤੇ ਕਈ ਕਵਿਤਾਵਾਂ ਲਿਖ ਲਈਆਂ ਗਈਆਂ ਹਨ, ਜਿਵੇਂ ਅਸਲ ਜਾਓ ਤਾਂ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਗ੍ਰੰਥ ਸਾਹਿਬ ਅੰਕ 1412। ਨਕਲ ਪ੍ਰੇਮ ਖੇਲਣ ਦਾ ਜੇ ਹੈ ਚਾਓ ਗੋਬਿੰਦ ਦੀ ਗਲੀ ਆ ਜਾਓ ਸਿਰ ਰੱਖ ਕੇ ਤਲੀਆਂ ਤੇ ਆਪਣਾ ਜਿੱਤਣ ਦਾ ਨਿਸ਼ਚਾ ਕਰੀਏ ਕੰਡਿਆਂ ਤੇ ਚੱਲ ਸੀ ਨਾ ਕਰਨਾ ਇਹ ਹਿੰਦੂ ਦੀ ਸ਼ਾਨ ਹੈ ਧਰਮ ਫੈਲੇਗਾ ਦੇਸ਼ ਜਾਗੇਗਾ। ਇਹ ਕੱਟੜ ਹਿੰਦੂ ਜਮਾਤ ਰਾਸ਼ਟਰੀ ਸਿੱਖ ਸੰਗਤ ਕਹਿੰਦੀ ਹੈ ਵੇਦ ਸ਼ਾਸਤਰਾਂ ਪੁਰਾਣ ਗੀਤਾ ਰਮਾਇਣ ਦਾ ਸਾਰ ਅੰਮ੍ਰਿਤ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਲਈ ਇਹ ਗ੍ਰੰਥ ਰਾਸ਼ਟਰੀ ਗ੍ਰੰਥ ਹੈ। ਇਹਨਾਂ ਨੂੰ ਕੋਈ ਪੁੱਛੇ ਕਿ ਕੀ ਇਹ ਸਿੱਖ ਸਤਿਗੁਰਾਂ ਵੱਲੋਂ ਲਿਖਿਆ ਗ੍ਰੰਥ ਕਿਸੇ ਦੇ ਪਿਓ ਦਾ ਹੈ? ਜਿਹੜੇ ਲੋਕ ਇਸ ਰਾਸ਼ਟਰ ਤੋਂ ਬਾਹਰ ਵਾਲੇ ਹੋਰ ਰਾਸ਼ਟਰਾਂ ਵਿੱਚ ਰਹਿੰਦੇ ਹਨ ਉਹਨਾਂ ਦਾ ਨਹੀਂ। ਇਹ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਹਨ ਜਿਨ੍ਹਾਂ ਤੋਂ ਇਹਨਾਂ ਨਕਲੀ ਸਿੱਖਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਇਹ ਕਹਿੰਦੇ ਹਨ ਅੰਕ ਪਹਿਲਾ ਸਿੱਖ ਹਿੰਦੂਆਂ ਦਾ ਹੀ ਅੰਗ ਹਨ, ਕੇਸਾਧਾਰੀ ਅਤੇ ਸਹਿਜਧਾਰੀ ਸਿੱਖ ਇੱਕ ਹੀ ਹਨ। ਦੂਜਾ ਸਿੱਖ ਹਿੰਦੂਆਂ ਨੂੰ ਬਚਾਉਣ ਵਾਸਤੇ ਇੱਕ ਫੌਜੀ ਦਸਤਾ ਤਿਆਰ ਕੀਤਾ ਗਿਆ ਸੀ। ਅੰਕ ਤੀਜਾ ਸਿੱਖ ਗੁਰੂ ਸਾਹਿਬਾਨ ਹਿੰਦੁਸਤਾਨ ਦੇ ਰਾਸ਼ਟਰੀ ਆਗੂ ਹਨ। ਚੌਥਾ ਦਸਮ ਗ੍ਰੰਥ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨਹੀਂ ਮੰਨੀ ਗਈ। ਪੰਜਵਾਂ ਜਿਹੜੇ ਸਿੱਖਾਂ ਨੂੰ ਵੱਖਰੀ ਕੌਮ ਦੱਸਦੇ ਹਨ ਉਹ ਵੱਖਵਾਦੀ ਹਨ। ਛੇਵਾਂ
ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਵੇਦਾਂ ਦੀ ਗੰਗੋਤਰੀ ਵਿੱਚੋਂ ਫੁੱਟਦੀ ਹੈ। 7ਵਾਂ ਜਪਜੀ ਗੀਤਾ ਦਾ ਛੋਟਾ ਰੂਪ ਹੈ। ਸੋ ਇਸ ਭਾਗ ਲਈ ਇਹਨਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ